इस चीज़ ਨੂੰ ਵਿਚਾਰਦੇ ਹਨ। ਬਹੁਤ ਦਿਨ ਰਹਿ ਨ੍ਰਿਪ ਰੁਖ ਸਾਧ ਚਹਿ, ਹਾਥ ਜੋਰ ਸਤਿਗੁਰ ਸੋ ਕਹਿ। ਬੜੇ ਦਿਨ ਰਾਜਾ ਸਤਿਗੁਰੂ ਜੀ ਦੇ ਕੋਲ ਰਿਹਾ। ਉਸ ਤੋਂ ਬਾਅਦ ਮਹਾਰਾਜ ਜੀ ਨੂੰ ਕਹਿੰਦਾ, ਸੱਚੇ ਪਾਤਸ਼ਾਹ ਹੁਣ ਮੈਂ ਆਪਣੇ ਘਰ ਜਾਣਾ ਚਾਹੁੰਦਾ ਹਾਂ। ਮੋਹੇ ਦਰਬ ਲੈ ਕਰ ਨਿਜ ਹਾਥ, ਕਰੋ ਸਕਾਰਤ ਸ੍ਰੀ ਗੁਰਨਾਥ। ਮਹਾਰਾਜ ਮੇਰੇ ਕੋਲ ਧਨ ਪਦਾਰਥ ਲੈ ਕੇ ਤੇ ਤੁਸੀਂ ਇਸ ਧਨ ਨੂੰ ਕਿਸੇ ਚੰਗੀ ਥਾਂ ਤੇ ਲਗਾਉਣਾ ਕਰੋ। ਕੋ ਸੁੰਦਰ ਥਲ ਕੋ ਅਵਲੋਕ, ਰਚੋ ਤਾਲ ਨਿਰਮਲ ਜਲ ਰੋਕ। ਕੋਈ ਸੁੰਦਰ ਸਥਾਨ ਵੇਖ ਕੇ ਸੋਹਣਾ ਜਿਹਾ ਸਰੋਵਰ ਬਣਾਓ, ਜਿੱਥੇ ਨਿਰਮਲ ਜਲ ਇਕੱਠਾ ਹੋਏ ਤੇ ਲੋਕੀ ਵੀ ਉਸ ਦਾ ਲਾਭ ਲੈ ਸਕਣ। ਮੋਹੇ ਭਾਵਣੀ ਐਸੇ ਐਹ, ਰਾਵਰ ਕੀ ਮਰਜ਼ੀ ਹਮ ਚਹਿ। ਕਹਿੰਦਾ ਮੇਰੀ ਤੇ ਭਾਵਨਾ ਐਸੀ ਹੀ ਹੈ, ਪਰ ਮੈਂ ਫਿਰ ਵੀ ਤੁਹਾਡੀ ਇੱਛਾ ਲੈਣੀ ਚਾਹੁੰਦਾ, ਤੁਹਾਡੀ ਮਰਜ਼ੀ ਲੈਣੀ ਚਾਹੁੰਦਾ। ਸਾਧ ਸੰਗਤ ਦੇਖੋ, ਸਤਿਗੁਰੂ ਜੀ ਨੇ ਉਪਰਾਲਾ ਕੋਈ ਨਹੀਂ ਕੀਤਾ, ਬੈਠੇ ਨੇ ਗੁਰੂ ਅਰਜਨ ਸਾਹਿਬ, ਆਪਣੇ ਆਪ ਹੀ ਵਿਧੀ ਬਣ ਗਈ। ਰਾਜਾ ਆਪ ਹੀ ਕਹਿੰਦਾ, ਹਜੇ ਵੀ ਉਹਨੂੰ ਨਹੀਂ ਕਿਹਾ ਵੀ ਤੂੰ ਪੈਸੇ ਦੇ, ਆਪਣੇ ਆਪ ਹੀ ਵਿਧੀ, ਆਪਣੇ ਆਪ ਹੀ ਉਹਦੇ ਦਿਲ ਦੇ ਅੰਦਰ ਫੁਰਨਾ ਆ ਗਿਆ ਵੀ ਮੈਨੂੰ ਸੱਚੇ ਪਾਤਸ਼ਾਹ ਮੇਰੇ ਤੋਂ ਮਾਇਆ ਲੈ ਲਓ। ਇਸ ਕਰਕੇ ਸਾਧ ਸੰਗਤ ਜਿਹੜੇ ਪ੍ਰਮਾਤਮਾ ਦੇ ਭਗਤ ਹੁੰਦੇ ਨੇ, ਬਾਣੀ ਕਹਿੰਦੀ ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਇਸ ਕਰਕੇ ਮਨੁੱਖ ਤੂੰ ਸਿਰਫ ਸ਼ਰਧਾ ਧਾਰਨ ਕਰਕੇ ਥਿਰ ਘਰ ਦੇ ਵਿੱਚ ਬੈਠ ਜਾ, ਪਰਮਾਤਮਾ ਤੇ ਵਿਸ਼ਵਾਸ ਰੱਖ। ਉੱਤੇ ਵਿਸ਼ਵਾਸ ਰੱਖੇਗਾ, ਕਾਰਜ ਉਹ ਸਫਲ ਕਰੇਗਾ। ਕਾਹਲਾ ਪੈਣ ਦੀ ਜ਼ਰੂਰਤ ਨਹੀਂ ਹੈ। ਜੋ ਵੀ ਤੇਰਾ ਕਾਰਜ ਹੈ, ਜੇ ਉਹ ਨਹੀਂ ਨਾ ਪੂਰਾ ਹੋਇਆ ਜਿਹੜਾ ਅਸੀਂ ਚਾਹ ਰਹੇ ਹਾਂ, ਫਿਰ ਜੋ ਵੀ ਉਹ ਕਰੇਗਾ ਉਹ ਠੀਕ ਹੀ ਕਰੇਗਾ, ਜੋ ਵੀ ਉਹ ਬਣਾਏਗਾ ਉਹ ਠੀਕ ਹੀ ਬਣਾਏਗਾ। ਪਰ ਮਨੁੱਖ ਨੂੰ ਸ਼ਰਧਾ ਧਾਰਨ ਕਰਨ ਦੀ ਲੋੜ ਹੈ, ਵਿਸ਼ਵਾਸ ਦੀ ਲੋੜ ਹੈ ਪਰਮਾਤਮਾ ਤੇ। ਪਰ ਹੁਣ ਪਰਮਾਤਮਾ ਤੇ ਵਿਸ਼ਵਾਸ ਆਏ ਕਿਵੇਂ? ਉਹ ਕਿਹੜਾ ਵਿਖਦਾ ਹੈ ਸਾਹਮਣੇ, ਉਹ ਕਿਹੜਾ ਬੋਲਦਾ ਹੈ? ਨਾ ਤੇ ਉਹ ਵਿਖਦਾ ਹੈ, ਨਾ ਉਹਦਾ ਕੋਈ ਰੂਪ ਹੀ ਹੈ, ਤੇ ਨਾ ਉਹਦਾ ਰੰਗ ਹੈ। ਤਿੰਨੇ ਚੀਜ਼ਾਂ ਹੀ ਨਹੀਂ ਹਨ। ਜੇ ਵੇਖਦਾ ਨਹੀਂ ਹੈ ਤੇ ਤਾਂ ਹੀ ਤੇ ਮਨੁੱਖ ਦਾ ਵਿਸ਼ਵਾਸ ਨਹੀਂ ਬਣਦਾ। ਮਨੁੱਖ ਨੂੰ ਦੁਨੀਆ ਵਿਖਦੀ ਹੈ, ਦੁਨੀਆ ਕੋਲ ਧਨ ਵਿਖਦਾ ਹੈ ਤੇ ਵਿਸ਼ਵਾਸ ਬਣਾ ਲੈਂਦਾ ਹੈ। ਪਰਮਾਤਮਾ ਵਿਖਦਾ ਨਹੀਂ ਹੈ, ਇਸ ਕਰਕੇ ਕਰੋੜਾਂ ਵਿੱਚੋਂ ਕੋਈ ਵਿਰਲਾ ਮਨੁੱਖੀ ਉੱਤੇ ਵਿਸ਼ਵਾਸ ਬਣਾਉਂਦਾ, ਕੋਈ ਵਿਰਲਾ। ਪਰ ਭਾਈ ਗੁਰਦਾਸ ਜੀ ਨੇ ਇੱਕ ਤਰੀਕਾ ਦੱਸਦੇ ਨੇ ਉੱਤੇ ਵਿਸ਼ਵਾਸ ਬਣਾਉਣ ਦਾ। ਕਹਿੰਦੇ ਦੁਨੀਆ ਦੇ ਵਿੱਚ ਜੋ ਵੀ ਵਿਸ਼ਵਾਸ ਨੇ ਨਾ, ਸਾਡੇ ਜਿੰਨੇ ਵੀ ਵਿਸ਼ਵਾਸ ਨੇ, ਇਹ ਵਿਸ਼ਵਾਸ ਅੰਧ ਵਿਸ਼ਵਾਸ ਤੋਂ ਹੀ ਸ਼ੁਰੂ ਹੋਏ ਨੇ। ਇਸ ਕਰਕੇ ਪਰਮਾਤਮਾ ਤੇ ਵਿਸ਼ਵਾਸ ਕਰਨਾ ਅੰਧ ਵਿਸ਼ਵਾਸ ਨਹੀਂ ਹੈ। ਜੋ ਵੀ ਵਿਸ਼ਵਾਸ ਸ਼ੁਰੂ ਹੁੰਦਾ ਹੈ ਅੰਧ ਵਿਸ਼ਵਾਸ ਤੋਂ ਹੀ ਹੁੰਦਾ ਹੈ। ਕਿਵੇਂ? ਜਿਵੇਂ ਆਪ ਜੀ ਇੱਥੇ ਬੈਠੇ ਹੋ, ਅੱਜ ਵੀ ਮੈਂ ਇੱਕ ਥਾਂ ਹੋਰ ਕਥਾ ਕੀਤੀ, ਉਦਾਹਰਣ ਇਹ ਹੀ ਦਿੱਤਾ ਹੈ। ਜਿਵੇਂ ਆਪ ਜੀ ਇੱਥੇ ਬੈਠੇ ਹੋ, ਬਾਹਰੋਂ ਕੋਈ ਮਨੁੱਖ ਆ ਕੇ ਕਵੇ ਵੀ ਭਾਈ ਤਰਾਵੜੀ ਦੇ ਵਿੱਚ ਹੀ 2 ਕਿਲੋਮੀਟਰ ਦੂਰ ਤੇ ਐਸਾ ਦਰਖਤ ਹੈ ਜਿੱਥੇ ਇੱਕ ਦਰਖਤ ਤੇ 3 ਪ੍ਰਕਾਰ ਦੇ ਫਲ ਲੱਗੇ ਹੋਏ ਨੇ। ਹੁਣ ਆਪ ਜੀ ਕਹੋਗੇ ਜ਼ਰੂਰ ਵੇਖਣਾ ਚਾਹੀਦਾ। ਹੁਣ ਵਿਸ਼ਵਾਸ ਕਰ, ਲੱਗੇ ਨੇ ਜਾਂ ਨਹੀਂ ਲੱਗੇ ਨੇ ਇਹ ਨਹੀਂ ਪਤਾ ਹਜੇ। ਉਹ ਕਹਿੰਦਾ ਲੱਗੇ ਨੇ, ਉਹ 'ਤੇ ਵਿਸ਼ਵਾਸ, ਚੱਲ ਮੈਨੂੰ ਵੀ ਵਿਖਾ ਕੇ ਲੈ ਕੇ ਆ। ਵਿਸ਼ਵਾਸ ਕਰ ਲਿਆ ਨਾ, ਉੱਤੇ ਵਿਸ਼ਵਾਸ। ਐਵੇਂ ਮਨੁੱਖ ਸਤ ਸੰਗਤ ਦੇ ਗੁਰੂ ਦੇ ਬਚਨਾਂ 'ਤੇ ਵਿਸ਼ਵਾਸ ਕਰ ਲਏ, ਉਹ ਹੈ, ਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਉਹ ਸਾਰਿਆਂ ਨੂੰ ਦੇਖ ਰੇਖ ਵਿੱਚ ਰੱਖਦਾ ਹੈ, ਉਹ ਦਿਆਲੂ ਹੈ, ਉਹ ਕਿਰਪਾਲੂ ਹੈ। ਕਿੰਨੇ ਹੀ ਗੁਣ ਨੇ ਉਹਦੇ, ਪਰ ਵਿਸ਼ਵਾਸ ਤੇ ਕਰਨਾ ਪਏਗਾ ਨਾ, ਤੁਰਨਾ ਪਏਗਾ ਪਹਿਲਾਂ। ਜਿਵੇਂ ਅਸੀਂ ਇੱਥੋਂ ਗਏ ਦਰਖਤ ਵੇਖਣ ਲਈ, ਪਹਿਲਾਂ ਤੁਰੇ ਹਾਂ, ਇੱਥੋਂ ਤੁਰ ਕੇ ਹੀ ਜਾਵਾਂਗੇ, ਉਹ ਹੈ ਜਾਂ ਨਹੀਂ ਹੈ ਉੱਥੇ ਜਾ ਕੇ ਪਤਾ ਲੱਗੇਗਾ। ਇਸ ਕਰਕੇ ਲੋਕ ਤੁਰਦੇ ਵੀ ਨਹੀਂ ਹਨ, ਪਹਿਲਾਂ ਹੀ ਕਹਿੰਦੇ ਨੇ ਅਸੀਂ ਤੇ ਬੜਾ ਰੱਬ ਨੂੰ ਧਿਆਇਆ, ਰੱਬ ਤੇ ਹੈ ਹੀ ਨਹੀਂ ਹੈ। ਤੁਰਦੇ ਵੀ ਨਹੀਂ ਹਨ, ਇੱਕ ਕਦਮ ਵੀ ਉਹਦੇ ਵੱਲ ਨਹੀਂ ਤੁਰਦੇ ਤੇ 1 ਮਿੰਟ ਤੋਂ ਪਹਿਲਾਂ ਹੀ ਰੱਖ ਦਿੰਦੇ ਨੇ। ਤਾਂ ਹੀ ਦੁਨੀਆ ਦੇ ਵਿੱਚ ਨਾਸਤਿਕਤਾ ਜ਼ਿਆਦਾ ਹੈ, ਕਿਉਂਕਿ ਲੋਕਾਂ ਨੇ ਰੱਬ ਨੂੰ ਵੇਖਿਆ ਹੀ ਨਹੀਂ ਹੈ। ਵੇਖਣਾ ਕੀ ਹੈ? ਕਦੇ ਤੁਰੇ ਹੀ ਨਹੀਂ ਉਹਦੇ ਵੱਲ। ਜਿਹੜਾ ਤੁਰਿਆ ਹੀ ਨਹੀਂ ਵੇਖੇਗਾ ਕਿਵੇਂ? ਔਰ ਇੱਕ ਗੱਲ ਹੋਰ ਵੀ ਯਾਦ ਰੱਖਣਾ, ਆਪਾਂ ਹੁਣੇ ਕੋਈ ਰੋਟੀ ਖਾਈਏ, ਜੀਭ ਦੇ ਉੱਤੇ ਰੋਟੀ ਰੱਖਾਂਗੇ, ਸਵਾਦ ਨਾਲੋਂ ਨਾਲ ਹੀ ਆ ਜਾਂਦਾ। ਪਰ ਪਰਮਾਤਮਾ ਦਾ ਨਾਮ ਅੱਜ ਜਪਾਂਗੇ, ਅੱਜ ਕੋਈ ਆਨੰਦ ਨਹੀਂ ਆਉਣਾ, ਅੱਜ ਨਹੀਂ ਆਏਗਾ। ਆਨੰਦ ਤੇ ਆ ਗਿਆ, ਸਾਨੂੰ ਨਹੀਂ ਪਤਾ ਲੱਗੇਗਾ। ਕੱਲ੍ਹ ਨੂੰ ਫਿਰ ਤੁਰਾਂਗੇ, ਪਰਸੋਂ ਫਿਰ ਜਿਵੇਂ ਜਿਵੇਂ ਜਪਾਂਗੇ, ਇੱਕ ਦਿਨ ਐਸਾ ਆਏਗਾ
ਅੰਦਰ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਏਗਾ। ਇੱਕ ਦਿਨ ਆਏਗਾ ਐਸਾ, ਜਿਵੇਂ ਧਰਤੀ ਦੇ ਵਿੱਚ 40 ਫੁੱਟ ਤੇ ਪਾਣੀ ਹੈ, ਆਪ ਜੀ ਬੋਰਵੈਲ ਕਰਨ ਲੱਗੇ ਹੋ, ਕੋਈ ਮਨੁੱਖ ਕਹੇ ਕਿੱਥੇ ਬੋਰਵੈਲ ਕਰਨ ਲੱਗੇ ਹੋ, ਇਹਦੇ ਵਿੱਚ ਪਾਣੀ ਵਿਖਦਾ ਤੁਹਾਨੂੰ? ਕਹਿੰਦੇ ਵਿਖਦਾ ਤੇ ਨਹੀਂ ਹੈ, ਪਰ ਹੈ ਇਹਦੇ ਵਿੱਚ ਪਾਣੀ। ਫਿਰ ਨਿਕਲੇਗਾ ਕਿਵੇਂ? ਕਹਿੰਦੇ ਬੋਰ ਕਰਨਾ ਪਏਗਾ। ਬੋਰਵੈਲ ਹੁੰਦਾ ਹੈ, ਪਹਿਲਾਂ ਮਿੱਟੀ ਬਾਹਰ ਹੁੰਦੀ ਹੈ, ਪਾਣੀ ਨਹੀਂ ਹੁੰਦਾ ਪਹਿਲਾਂ, ਫਿਰ ਰੇਤਾ ਹੁੰਦੀ ਹੈ, ਕੰਕਰ ਹੁੰਦੇ ਨੇ, ਫਿਰ ਕਿਤੇ ਜਾ ਕੇ ਪਾਣੀ ਆਉਂਦਾ ਹੈ। ਇਵੇਂ ਜਗਿਆਸੂ ਦੀ ਹਾਲਾਤ ਵੀ ਹੈ। ਪਹਿਲਾਂ ਸ਼ੁਰੂ ਹੋਏਗਾ ਰੱਬ ਦਾ ਨਾਂ ਜੋ, ਪਹਿਲਾਂ ਤਾਂ ਸਿਰ ਹੀ ਪੀੜ ਹੋਣ ਲੱਗ ਜਾਏਗਾ। ਸੰਗਤ ਵਿੱਚ ਆਏਗਾ, ਹੋਰ ਕੰਮ ਸ਼ੁਰੂ ਹੋ ਜਾਏਗਾ, ਹਜੇ ਕਿਉਂ ਸਿਰ ਦਰਦ ਹੋਏਗਾ? ਪਹਿਲਾਂ ਤਾਂ ਸ਼ੁਰੂ 'ਚ ਇੱਕ ਚੀਜ਼ ਨੂੰ ਜਨਮ ਦੇਣਾ ਹੈ, ਇੱਕ ਚੀਜ਼ ਨੂੰ ਪ੍ਰਾਪਤ ਕਰਨਾ ਹੈ, ਤੇ ਦਿਮਾਗ ਤੇ ਸ਼ੁਰੂ ਦੇ ਸਿਰ ਭਾਰਾ ਹੋ ਜਾਏਗਾ। ਬਾਣੀ ਪੜ੍ਹੇਗਾ, ਦਿਲ ਨਹੀਂ ਲੱਗੇਗਾ, ਸੰਗਤ ਵਿੱਚ ਬੈਠੇਗਾ, ਦਿਲ ਕਰੇਗਾ ਭੱਜ ਜਾ ਇੱਥੋਂ, ਕਿਉਂਕਿ ਹਜੇ ਮਨ ਖਲੋਂਦਾ ਨਹੀਂ ਹੈ। ਪਰ ਲੱਗੇ ਲਗਾਤਾਰ, ਜਿਵੇਂ ਬੋਰ ਲੋਕ ਲਗਾਤਾਰ ਕਰਦੇ ਰਹਿੰਦੇ ਨੇ, ਇੱਕ ਦਿਨ ਪਾਣੀ ਪ੍ਰਾਪਤ ਕਰ ਲੈਂਦੇ ਨੇ। ਇਵੇਂ ਰੱਬ ਦੇ ਉੱਤੇ ਵਿਸ਼ਵਾਸ ਕਰਕੇ ਤੁਰ ਪੈਣਾ ਚਾਹੀਦਾ। ਠੀਕ ਹੈ, ਹਜੇ ਵਿਖਿਆ ਨਹੀਂ ਹੈ, ਪਰ ਤੁਰ ਪੋ ਵਿਸ਼ਵਾਸ ਕਰਕੇ। ਇੱਕ ਦਿਨ ਐਸਾ ਆਏਗਾ, ਉਹ ਵਿਖ ਵੀ ਜਾਏਗਾ ਤੇ ਉਸ ਤੇ ਵਿਸ਼ਵਾਸ ਵੀ ਹੋ ਜਾਏਗਾ। ਸ੍ਰੀ ਅਰਜਨ ਸੁਣ ਸ੍ਰੀ ਅਰਜਨ ਕਹਿ ਤਿਸ ਬੇਰਾ, ਇਮ ਸ੍ਰੀ ਨਾਨਕ ਤੋ ਮਨ ਫੇਰਾ। ਗੁਰੂ ਅਰਜਨ ਸਾਹਿਬ ਜੀ ਰਾਜੇ ਨੂੰ ਕਹਿੰਦੇ, ਰਾਜਾ ਵੇਖਿਆ ਗੁਰੂ ਨਾਨਕ ਸਾਹਿਬ ਨੇ ਤੇਰਾ ਮਨ ਫੇਰ ਦਿੱਤਾ ਹੈ। ਅਸੀਂ ਤੈਨੂੰ ਕਿਹਾ ਨਹੀਂ ਆ ਪੈਸੇ ਦੇ, ਸਾਡੇ ਮਨ ਵਿੱਚ ਇਹ ਸੰਕਲਪ ਸੀ ਸਰੋਵਰ ਬਣਨਾ ਚਾਹੀਦਾ ਹੈ, ਤੇ ਮਹਾਰਾਜ ਨੇ ਉਦੋਂ ਹੀ ਕਿਹਾ ਸੀ, ਭਾਈ ਇਹ ਸਾਡਾ ਕੰਮ ਨਹੀਂ ਹੈ, ਇਹ ਕੰਮ ਗੁਰੂ ਨਾਨਕ ਦਾ ਹੈ, ਆਪ ਹੀ ਕਰਾ ਲੈਣਗੇ ਉਹ। ਇਸ ਕਰਕੇ ਸਾਧ ਸੰਗਤ ਮਨੁੱਖ ਵੀ ਐਵੇਂ ਹੀ ਸੋਚੇ, ਰੱਬਾ ਜੋ ਕੰਮ ਮੈਂ ਕਰ ਰਿਹਾ ਇਹ ਮੇਰਾ ਨਹੀਂ ਹੈ, ਇਹ ਤੇਰਾ ਹੀ ਹੈ। ਔਰ ਮੈਂ ਤਾਂ ਕਈ ਵਾਰੀ ਇਹ ਸੋਚਦਾ ਹੁੰਦਾ, ਸਾਧ ਸੰਗਤ ਜਿਵੇਂ ਅਸੀਂ ਘਰ ਬਣਾ ਰਹੇ ਹਾਂ, ਆਪਾਂ ਨੇ ਹੁਣ ਜੇ ਬਣਾਇਆ 40-50 ਸਾਲ ਤੇ ਬਣਿਆ, ਜਾ ਕੇ 30-40 ਸਾਲ, ਰੱਬਾ ਇਹ ਤੂੰ ਬਣਵਾ ਰਿਹਾ, ਮੈਂ ਤੇ 30 ਸਾਲ ਰਹਿਣਾ, ਅੱਗੇ ਜਿਹੜੀ ਜਨਰੇਸ਼ਨ ਆਉਣੀ ਉਹ ਤੇਰੀ ਹੋਈ ਹੈ, ਸਾਰੇ ਜੀ ਤੇ ਤੂੰ ਹੀ ਪੈਦਾ ਕਰਨਾ। ਹੁਣ 3 ਪੀੜ੍ਹੀਆਂ ਤੇ ਲੋਕਾਂ, ਉਹ ਜੀਵ ਵੀ ਤੇ ਤੇਰੇ ਨੇ, ਤੂੰ ਤੇ ਮੇਰੇ ਤੋਂ ਸੇਵਾ ਲੈ ਰਿਹਾ ਹੈ। ਜਿੰਨੇ ਲੋਕ ਹੋਣਗੇ ਤੇਰੇ ਹੀ ਤੇ ਹੋਣੇ ਨੇ ਉਹ। ਇਸ ਕਰਕੇ ਇਹ ਕਾਰਜ ਤੇਰੇ ਹੀ ਨੇ, ਜੋ ਵੀ ਮੈਂ ਕਰਦਾ ਹਾਂ ਇਹ ਸਾਰੇ ਕਾਰਜ ਤੂੰ ਹੀ ਕਰਵਾਉਂਦਾ ਹੈ, ਤੇ ਕਾਰਜ ਸਾਰੇ ਤੇਰੇ ਹੀ ਹਨ। ਸ੍ਰੀ ਅੰਮ੍ਰਿਤਸਰ ਤੀਰਥ ਭਾਰੀ, ਇਸ ਕਰਬੇ ਕੋ ਇੱਛ ਹਮਾਰੀ। ਅੰਮ੍ਰਿਤਸਰ ਬੜਾ ਵੱਡਾ ਤੀਰਥ ਬਣੇ। ਸਤਿਗੁਰੂ ਜੀ ਮਹਾਰਾਜ ਕਹਿੰਦੇ ਹਨ, ਇਹ ਹੀ ਸਾਡੇ ਦਿਲ ਦੇ ਵਿੱਚ ਇੱਛਾ ਸੀ। ਜੇ ਤੱਕ ਦਰਬ ਪਠੇ ਗੋ ਈਹਾਂ, ਤੇ ਸਰ ਪਰ ਹਮ ਲਾਵਹਿ ਮਹਾ। ਮਹਾਰਾਜ ਕਹਿੰਦੇ ਜਿੰਨਾ ਵੀ ਤੁਸੀਂ ਧਨ ਭੇਜੋਗੇ, ਇਹ ਸਾਰਾ ਜਿਹੜਾ ਧਨ ਹੈ ਇਹ ਸਰੋਵਰ ਦੀ ਉਸਾਰੀ ਵਿੱਚ ਹੀ ਲੱਗ ਜਾਣਾ ਹੈ। ਦਰਬ ਸਕਾਰਤ ਹੋਏ ਤੁਮਾਰਾ, ਲੋਕਨ ਪਰ ਅਤਿਸ਼ੈ ਉਪਕਾਰਾ। ਇਸ ਕਰਕੇ ਜਿਹੜਾ ਤੁਹਾਡਾ ਧਨ ਹੈ ਇਹ ਵੀ ਸਫਲ ਹੋਏਗਾ। ਜਦੋਂ ਤਾਈਂ ਸਰੋਵਰ ਵਿੱਚ ਲੋਕੀ ਇਸ਼ਨਾਨ ਕਰਨਗੇ, ਪਰਉਪਕਾਰਤਾ ਆਏਗੀ, ਤੁਹਾਡਾ ਧਨ ਪਰਉਪਕਾਰ ਦੇ ਹਿੱਤ ਲੱਗੇਗਾ, ਔਰ ਤੁਹਾਡੇ ਤੇ ਪਰਮਾਤਮਾ ਵੀ ਪ੍ਰਸੰਨ ਹੋਏਗਾ। ਸਾਧ ਸੰਗਤ ਇੱਕ ਲੋਕ ਨੇ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਮਾਇਆ ਕਮਾਉਂਦੇ ਨੇ, ਬੜੇ ਪਰਉਪਕਾਰ ਦੇ ਕੰਮਾਂ ਤੇ ਲਾਉਂਦੇ ਨੇ, ਆਪਣੇ ਬੱਚਿਆਂ ਨੂੰ ਵੀ ਇੱਧਰ ਲਗਾਉਂਦੇ ਨੇ, ਪਰਉਪਕਾਰ ਕਰਦੇ ਨੇ। ਸਾਰੀ ਦੁਨੀਆ ਉਹਨਾਂ ਨੂੰ ਅਸੀਸਾਂ ਬਖਸ਼ਦੀ ਹੈ। ਲੋਕਾਂ ਦੀਆਂ ਆਤਮਾਵਾਂ ਦੇ ਵਿੱਚੋਂ ਅਸੀਸਾਂ ਹੀ ਜਾਂਦੀਆਂ ਨੇ ਉਹਨਾਂ ਵਾਸਤੇ ਲਗਾਤਾਰ। ਉਹ ਚਲੇ ਵੀ ਜਾਂਦੇ ਨੇ ਨਾ, ਲੋਕੀ ਫਿਰ ਵੀ ਅਸੀਸਾਂ ਦਿੰਦੇ, ਵੇਖੋ ਕਿੱਡਾ ਪਰਉਪਕਾਰੀ ਸੀ, ਖੂਹ ਲਵਾ ਗਿਆ, ਨਲਕਾ ਲਵਾਇਆ, ਕਿੱਡਾ ਪਰਉਪਕਾਰੀ ਸੀ। ਲੋਕੀ ਅਸੀਸਾਂ ਹੀ ਦਿੰਦੇ ਨੇ। ਯਾਦ ਰੱਖਣਾ, ਇੱਕ ਐਸਾ ਧਨ ਜੋੜ ਦਿੰਦਾ ਹੈ, ਬੱਚਿਆਂ ਨੂੰ ਸਿੱਖਿਆ ਰੱਬ ਦੀ ਨਹੀਂ ਦਿੰਦਾ। ਉਹ ਬੱਚੇ ਧਨ ਨੂੰ ਉਹਦੀਆਂ ਸ਼ਰਾਬਾਂ ਪੀਂਦੇ ਹਨ, ਮਾੜੇ ਕਰਮ ਕਰਦੇ ਨੇ, ਲੋਕੀ ਗਾਲਾਂ ਕੱਢਦੇ ਨੇ, ਇਹਦਾ ਪਿਤਾ ਹੀ ਮਾੜਾ ਸੀ ਜਿਹੜਾ ਇਹਨੂੰ ਇਹਨਾਂ ਧਨ ਦੇ ਗਿਆ। ਨਾ ਦਿੰਦਾ ਤੇ ਘੱਟੋ ਘੱਟ ਲੋਕਾਂ ਦੇ ਕਤਲ ਤੇ ਨਾ ਕਰਦਾ। ਇਹਨੂੰ ਜੇ ਇੰਨੇ ਸਾਧਨ ਮਿਲੇ ਨੇ, ਉਹ ਸਾਰੀ ਉਮਰ ਲੋਕਾਂ ਦੀਆਂ ਤਕਲੀਫਾਂ ਧਨ ਤੇ ਇਕੱਠਾ ਕਰ ਲਿਆ, ਪਰ ਯਾਦ ਰੱਖਣਾ ਪੁੱਤਰ ਨੂੰ ਕੋਈ ਚੰਗੀ ਉਪਦੇਸ਼ ਨਹੀਂ ਦਿੱਤਾ। ਮਹਾਰਾਜ ਤੇ ਬਾਣੀ ਵਿੱਚ ਕਹਿੰਦੇ ਨੇ, ਹਰ ਤਿਸ ਕੈ ਕੁਲ ਪਰਸੂਤ ਨਾ ਕਰਿਓ। ਕਹਿੰਦੇ ਪ੍ਰਮਾਤਮਾ ਜਿਹਦੇ ਘਰ ਦੇ ਵਿੱਚ ਰੱਬ ਦਾ ਨਾ ਹੀ ਨਹੀਂ ਹੈ, ਕਹਿੰਦੇ ਉਸ ਦੇ ਘਰ ਵਿੱਚ ਅੱਗੇ ਜਨਮ ਨਾ ਦੇਈ ਬੱਚੇ ਨੂੰ। ਕਿੱਡੀ ਵੱਡੀ ਇਹ ਦੁਨੀਆ ਦੇ, ਕਿਉਂ ਕਹਿੰਦੇ ਜਨਮ ਹੋ ਵੀ ਜਾਏਗਾ ਬੱਚੇ ਦਾ, ਉਹ ਬੱਚੇ ਨੇ ਦੁਨੀਆ ਨੂੰ ਪਰੇਸ਼ਾਨ ਨਹੀਂ ਕਰਨਾ ਹੈ, ਪ੍ਰਸੰਨ ਨਹੀਂ ਕਰਨਾ ਕਿਸੇ ਨੂੰ, ਲੋਕਾਂ ਦੀਆਂ ਆਤਮਾਵਾਂ ਦੁਖਾਏਗਾ।
ਕਿਸੇ ਦੇ ਧੱਕਾ ਜੋਰੀ ਦੇ ਨਾਲ, ਲੋਕਾਂ ਦੇ ਉੱਤੇ ਆਪਣੇ ਬਲ ਦੇ ਨਾਲ ਲੋਕਾਂ ਦੀਆਂ ਆਤਮਾਵਾਂ, ਉਹਨਾਂ ਦੀਆਂ ਪ੍ਰੋਪਰਟੀਆਂ ਦਬ ਲੈਂਦੇ ਨੇ ਲੋਕ। ਐਸੇ ਲੋਕਾਂ ਨੂੰ ਹਮੇਸ਼ਾ ਗਾਲਾਂ ਹੀ ਪੈਂਦੀਆਂ ਰਹਿੰਦੀਆਂ। ਔਰ ਸਾਧ ਸੰਗਤ, ਜਿਸ ਦਿਨ ਐਸੇ ਲੋਕ ਦੁਨੀਆ ਤੋਂ ਜਾਂਦੇ ਨੇ, ਲੋਕੀ ਰੱਬ ਦੇ ਸਾਹਮਣੇ ਅਰਦਾਸ ਹੀ ਕਰਦੇ ਨੇ, ਪ੍ਰਮਾਤਮਾ ਚੰਗਾ ਹੋ ਗਿਆ। ਐਸੇ ਬੜੇ ਲੋਕ ਅਸੀਂ ਸੁਣੇ ਵੀ ਨੇ, ਆਪ ਜੀ ਨੇ ਵੀ ਸੁਣੇ ਹੋਣਗੇ। ਲੋਕੀ ਉਸ ਦਿਨ ਪ੍ਰਮਾਤਮਾ ਅੱਗੇ ਹੱਥ ਜੋੜਦੇ ਨੇ, ਪ੍ਰਮਾਤਮਾ ਠੀਕ ਹੋ ਗਿਆ ਏ। ਇਸ ਕਰਕੇ ਸਾਧ ਸੰਗਤ, ਮਨੁੱਖ ਹੁਣ ਇਹ ਪਰਉਪਕਾਰ ਦੇ ਲਈ ਧੰਨ ਹੈ ਜਿਨ੍ਹਾਂ ਨੇ ਇਹ ਬਿਲਡਿੰਗਾਂ, ਸੇਵਾਵਾਂ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੀਆਂ ਨੇ। ਬਾਬਾ ਜੋਗਾ ਸਿੰਘ ਜੀ ਕਰਾ ਰਹੇ ਹਨ, ਕਾਰ ਸੇਵਾ ਚੱਲ ਰਹੀ ਹੈ, ਜੋ ਇਹਦੇ ਵਿੱਚ ਕਈ ਪ੍ਰਕਾਰ ਦੀਆਂ ਸੇਵਾਵਾਂ ਕਰ ਰਹੇ ਹਨ ਲੋਕ। ਕੋਈ ਗੱਟੇ ਲਿਆ ਰਿਹਾ, ਸੀਮਿੰਟ ਲਿਆ ਰਿਹਾ, ਕੋਈ ਸਰੀਆ ਲਿਆ ਰਿਹਾ, ਕਿੰਨੇ ਪ੍ਰਕਾਰ ਦੀਆਂ ਸੇਵਾਵਾਂ ਨੇ। ਜੋ ਜੋ ਵੀ ਕਰੀ ਜਾ ਰਿਹਾ ਹੈ, ਇਹ ਪੱਕੀ ਹੋਈ FD ਹੈ। ਮੈਨੂੰ ਰਾਤ ਕਿਸੇ ਨੇ ਇੱਕ ਚੀਜ਼ ਸੁਣਾਈ। ਉਹਨਾਂ ਦੇ ਘਰ ਅਸੀਂ ਬੈਠੇ ਸਨ, ਉਹ ਮੈਨੂੰ ਕਹਿ ਰਹੇ ਸੀ, ਕਹਿੰਦੇ ਬਾਬਾ ਜੀ ਮੈਂ ਗੁਰਦੁਆਰਾ ਸਾਹਿਬ ਇੱਥੇ ਸੇਵਾ ਕਰਦਾ ਹੁੰਦਾ ਸੀ, ਬੜੀ ਸੇਵਾ ਕਰਨੀ, ਰੱਬ ਨੇ ਬੜੀ ਕਰਾਈ ਸੇਵਾ। ਕਹਿੰਦੇ ਉਸ ਦਿਨ ਕੋਈ ਇੱਥੇ ਬਾਬਾ ਜੀ ਹੁੰਦੇ ਸੀ, ਉਹਨਾਂ ਨਾ ਮੈਂ ਗੁਰਦੁਆਰੇ ਵਿੱਚ ਆਉਣ ਲੱਗਿਆ, ਮੈਨੂੰ ਸਰੋਪਾ ਪਾਇਆ ਤੇ 51 ਰੁਪਏ ਦਿੱਤੇ। ਕਹਿੰਦੇ ਉਹ ਜਿਹੜੇ 51 ਰੁਪਏ ਨੇ ਮੈਂ ਉਸ ਦਿਨ ਹੀ ਇਨਵੈਸਟ ਕਰ ਦਿੱਤੇ, ਉਸ ਦਿਨ ਹੀ। ਮੈਂ ਪੁੱਛਿਆ ਜੀ ਕਿੱਥੇ ਇਨਵੈਸਟ ਕੀਤੇ? ਕਹਿੰਦਾ ਉੱਥੋਂ ਹੀ ਆ, ਮੇਰੇ ਕੋਲ ਸਾਰਾ ਕੁਛ ਆਇਆ ਹੈ। ਮੈਂ ਕਿੱਥੇ? ਕਹਿੰਦਾ ਉਸ ਦਿਨ ਹੀ ਗੁਰਦੁਆਰੇ ਦੀ ਗੋਲਕ 'ਚ ਪਾ ਦਿੱਤੇ ਸੀ 51। ਉਹ ਇਨਵੈਸਟਮੈਂਟ ਐਸੀ ਹੋਈ ਹੈ, ਉਹ ਇਸ ਇਨਵੈਸਟਮੈਂਟ ਨੇ ਮੈਨੂੰ ਇੰਨਾ ਕੁਛ ਦੇ ਦਿੱਤਾ। ਦੇਖੋ ਐਸੀ ਵੀ ਭਾਵਨਾ ਹੈ ਲੋਕਾਂ ਦੀ, ਗੱਲ ਭਾਵਨਾ ਦੀ ਹੈ ਸਾਰੀ। ਇਸ ਕਰਕੇ ਇਹ ਜਿਹੜੀ ਇਨਵੈਸਟਮੈਂਟ ਹੈ, ਪੱਕੀ ਇਨਵੈਸਟਮੈਂਟ ਹੈ। ਇਹਦੇ ਵਿੱਚੋਂ ਜਦੋਂ ਤਾਈਂ ਇੱਥੇ ਕਥਾ ਕੀਰਤਨ ਹੁੰਦਾ ਰਹੇਗਾ, ਅੱਜ ਅਸੀਂ ਕਰ ਰਹੇ ਹਾਂ, ਆਪ ਜੀ ਬੈਠੇ ਹੋ, ਅੱਜ ਤੋਂ 100 ਸਾਲਾਂ ਬਾਅਦ ਅਸਾਂ ਕਿਹੜਾ ਰਹਿਣਾ ਇੱਥੇ? ਕੀਰਤਨ ਤੇ ਫਿਰ ਵੀ ਹੋਏਗਾ, ਕਥਾ ਫਿਰ ਵੀ ਹੋਏਗੀ, ਇਹੀ ਇਤਿਹਾਸ ਹੋਏਗਾ, ਸਭ ਕੁਝ ਇਹੀ ਹੋਣਾ ਹੈ। ਪਰ ਯਾਦ ਰੱਖਣਾ ਸਾਧ ਸੰਗਤ, ਲੋਕੀ ਕਹਿਣਗੇ ਵਾਓ ਜਿਨ੍ਹਾਂ ਨੇ ਇਹ ਕੁਛ ਬਣਾ ਕੇ ਗਏ ਨੇ, ਧੰਨ ਨੇ ਉਹ ਲੋਕ। ਇੱਕ ਵਾਰੀ ਵੀ ਕਿਸੇ ਦੀ ਆਤਮਾ ਨੇ ਧੰਨ ਕਹਿ ਦਿੱਤਾ, ਇਹ ਸਮਝ ਲੈਣਾ ਚਾਹੀਦਾ ਹੈ ਉਹਦੇ ਕੁੱਲ, ਉਹਦਾ ਜਨਮ ਉਸ ਦਿਨ ਹੀ ਸੁਧਰ ਜਾਂਦਾ ਹੈ। ਔਰ ਆਨੰਦ ਭਾ ਸੁਣ ਕਰ ਬੈਨ, ਬ੍ਰਹਿ ਤੇ ਭਰਿਓ ਨੀਰ ਬਹੁ ਨੈਣ। ਮਹਾਰਾਜ ਸਾਹਿਬ ਜੀ ਦੇ ਵਚਨ ਸੁਣ ਕੇ ਨਾ ਰਾਜੇ ਦੇ ਅੱਖਾਂ ਦੇ ਵਿੱਚੋਂ ਵਿਰਹਾ ਦੇ ਅਥਰੂ ਆ ਗਏ। ਕਹਿੰਦਾ ਮਹਾਰਾਜ ਏਡਾ ਪਰਉਪਕਾਰ ਮੇਰੇ ਤੇ ਕਰਨ ਲੱਗੇ ਹੋ। ਨਾਲ ਦੀ ਨਾਲ ਵਿਰਾਗ ਦੇ ਵਿੱਚ ਸਤਿਗੁਰੂ ਜੀ ਦੇ ਅੱਗੇ ਬੇਨਤੀ ਕਰਦਾ ਹੈ, ਮਸਤਕ ਟੇਕ ਵਿਦਾ ਹੋਏ ਗਇਓ, ਆਪਣੇ ਸੰਗ ਕਲਿਆਣ ਸੋ ਲਿਓ। ਮਹਾਰਾਜ ਜੀ ਨੂੰ ਮੱਥਾ ਟੇਕ ਕੇ ਆਪਣੇ ਘਰ ਨੂੰ ਚਲਾ ਗਿਆ ਤੇ ਆਪਣੇ ਨਾਲ ਭਾਈ ਕਲਿਆਣਾ ਜੀ ਨੂੰ ਵੀ ਲੈ ਗਿਆ ਹੈ। ਨਿਜ ਰਾਜਧਾਨੀ ਪ੍ਰਾਪਤ ਹੋਆ, ਰਾਜ ਸਰੇ ਜੁਤ ਸਗਰੋ ਜੋਵਾ। ਆਪਣੀ ਰਾਜਧਾਨੀ ਵਿੱਚ ਪਹੁੰਚਿਆ, ਜਾ ਕੇ ਵੇਖਿਆ ਸਾਰਾ ਰਾਜ ਸੁਖੀ ਹੀ ਵਸ ਰਿਹਾ ਹੈ। ਕੋ ਦਿਨ ਢਿਗ ਰਾਖਿਓ ਕਲਿਆਣਾ, ਪੁਨ ਥਾਤੀ ਦੇ ਦਰਬ ਮਹਾਨਾ। ਕਈ ਦਿਨ ਭਾਈ ਕਲਿਆਣਾ ਜੀ ਨੂੰ ਆਪਣੇ ਨਾਲ ਰੱਖਿਆ। ਉਸ ਤੋਂ ਬਾਅਦ ਬਹੁਤ ਸਾਰਾ ਧਨ ਦੀਆਂ ਥੈਲੀਆਂ ਭਾਈ ਕਲਿਆਣਾ ਜੀ ਨੂੰ ਦੇ ਦਿੱਤੀਆਂ ਹਨ। ਨਿਜ ਨਰ ਸੰਗ ਮਿਲਾਏ ਪਹੁੰਚਾਇਓ, ਸ੍ਰੀ ਅਰਜਨ ਕੇ ਢਿਗ ਚੱਲ ਆਇਓ। ਨਾਲ ਕੁਝ ਮਨੁੱਖ ਵੀ ਦਿੱਤੇ ਤੇ ਥੋੜੇ ਹੀ ਦਿਨਾਂ ਵਿੱਚ ਭਾਈ ਕਲਿਆਣਾ ਜੀ ਪੈਸਾ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਅੰਮ੍ਰਿਤਸਰ ਪਹੁੰਚ ਗਏ ਹਨ। ਆਇਓ ਦਰਬ ਦੇਖ ਨਿਜ ਪਾਸ, ਚਾਹਤ ਸਰ ਕੋ ਕਰਿਓ ਪ੍ਰਕਾਸ਼। ਜਦੋਂ ਮਾਇਆ ਕੋਲ ਆ ਗਈ, ਸਤਿਗੁਰੂ ਜੀ ਕਹਿੰਦੇ ਨੇ ਭਾਈ ਹੁਣ ਸਾਨੂੰ ਸਰੋਵਰ ਦੀ ਜਿਹੜੀ ਸੇਵਾ ਆਰੰਭ ਕਰਨੀ ਚਾਹੀਦੀ ਹੈ। ਬੂਝ ਬ੍ਰਿਧ ਭਾਈ ਗੁਰਦਾਸ, ਵੇਖੋ ਸਥਾਨ ਕਰੋ ਨਿਰਜਾਸ। ਬਾਬਾ ਬੁੱਢਾ ਜੀ ਨੂੰ ਤੇ ਭਾਈ ਗੁਰਦਾਸ ਜੀ ਨੂੰ ਕਹਿੰਦੇ ਨੇ ਤੁਸੀਂ ਸਥਾਨ ਵੇਖੋ, ਕਿ ਸੰਤੋਖ ਸਰ ਦੇ ਸਰੋਵਰ ਦੀ ਸੇਵਾ ਕਰਨੀ ਹੈ ਨਾ। ਕਹਿੰਦੇ ਜਾ ਕੇ ਤੁਸੀਂ ਉਹ ਸਰੋਵਰ ਨੂੰ ਵੇਖਣਾ ਕਰੋ। ਉਦਮ ਤੀਰਥ ਚਰਬੇ ਕਰਿਓ, ਜਿਸ ਤੇ ਸੀਖਨ ਕੋ ਗੁਣ ਤਰਿਓ। ਮਹਾਰਾਜ ਕਹਿੰਦੇ ਨੇ ਉਦਮ ਕਰੋ ਤੀਰਥ ਬਣਾਉਣ ਵਾਸਤੇ, ਐਸਾ ਮਹਾਨ ਤੀਰਥ ਬਣਾਓ ਜਿੱਥੇ ਦੁਨੀਆ ਆਏ, ਰੱਬ ਦਾ ਨਾਂ ਲਏ, ਪਰਮਾਤਮਾ ਦੀ ਬੰਦਗੀ ਕਰਿਆ ਕਰੇ, ਸਾਰਿਆਂ ਦੇ ਪਰਿਵਾਰਾਂ ਦਾ ਭਲਾ ਹੋਏ, ਸਾਰਿਆਂ ਦੇ ਘਰਾਂ ਵਿੱਚ ਸੁੱਖ ਵਰਤਣਾ ਚਾਹੀਦਾ ਹੈ। ਸੁਣੋ ਕਥਾ ਆਗਲ ਜਿਮ ਭਈ, ਕਵ ਸੰਤੋਖ ਸਿੰਘ ਸੁਭ ਨਿਰਮਈ। ਕਹਿੰਦੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਅੱਗੇ ਹੁਣ ਕਥਾ ਤੁਸੀਂ ਸ਼ਰਵਣ ਕਰੋਗੇ, ਕਿਵੇਂ ਅੱਗੇ ਵਾਪਰਿਆ, ਕਿਵੇਂ ਮਹਾਰਾਜ ਜੀ ਨੇ ਸੇਵਾ ਕਰਾਈ ਹੈ। ਸਾਧ ਸੰਗਤ ਇਸ ਕਰਕੇ ਜਿਹੜੇ ਵੀ ਸੇਵਾਵਾਂ ਕਰਦੇ ਹਨ,
ਪਰਮਾਤਮਾ ਉਹਨਾਂ ਤੇ ਸਦਾ ਹੀ ਪਰਉਪਕਾਰੀ ਹੁੰਦਾ ਹੈ। ਪਰਉਪਕਾਰ ਦੀ ਸੇਵਾ, ਜਿਹੜੇ ਮਨੁੱਖ ਪਰਮਾਤਮਾ ਦੀ ਬੰਦਗੀ ਦੇ ਰਾਹ ਤੇ ਤੁਰੇ ਨੇ, ਉਹਨਾਂ ਨੂੰ ਆਪ ਜੀ ਨੇ ਨਾਲ ਹੋ ਕੇ ਉਹਨਾਂ ਦਾ ਸਾਥ ਦੇਣਾ। ਜਿਹੜੇ ਸਮਾਜ ਦੇ ਵਿੱਚ ਚੰਗੇ ਗੁਣਾਂ ਨੂੰ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦਾ ਸਾਥ ਦੇਣਾ। ਜਿਵੇਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਕੋਲ ਠੰਡ ਦਾ ਸਮਾਂ ਸੀ, ਭਾਈ ਆਦਮ ਤੇ ਉਹਨਾਂ ਦੇ ਘਰ ਦੇ ਚੱਲ ਕੇ ਗਏ। ਠੰਡ ਸੀ, ਭਾਈ ਆਦਮ ਨੇ ਵੇਖਿਆ ਸੰਗਤ ਨੂੰ ਠੰਡ ਲੱਗ ਰਹੀ ਹੈ, ਲੱਕੜਾਂ ਲਿਆ ਕੇ ਅੱਗ ਜਲਾਈ। ਅੱਗ ਜਲਾਉਣ ਤੋਂ ਬਾਅਦ ਸਤਿਗੁਰੂ ਜੀ ਮਹਾਰਾਜ ਆਏ, ਵੇਖਿਆ ਸੰਗਤ ਬੜਾ ਸੁੱਖ ਆਨੰਦ ਲੈ ਰਹੀ ਹੈ। ਸਤਿਗੁਰੂ ਜੀ ਮਹਾਰਾਜ ਕਹਿੰਦੇ ਇਹ ਸੇਵਾ ਕਿਹਨੇ ਕੀਤੀ? ਕਹਿੰਦੇ ਮਹਾਰਾਜ ਭਾਈ ਆਦਮ ਨੇ ਕੀਤੀ ਹੈ। ਕਹਿੰਦੇ ਬੁਲਾ ਕੇ ਲੈ ਕੇ ਆਓ। ਮਹਾਰਾਜ ਕੋਲ ਆਏ, ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਵੀ ਖੁਸ਼ ਹਾਂ, ਪਰਮਾਤਮਾ ਵੀ ਖੁਸ਼ ਹੈ, ਤੂੰ ਮੰਗ ਕੀ ਮੰਗਦਾ ਹੈ? ਜੋ ਤੂੰ ਮੰਗੇਗਾ ਉਹ ਤੈਨੂੰ ਮਿਲ ਜਾਏਗਾ। ਪਰਮਾਤਮਾ ਦੇ ਦਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ। ਸਤਿਗੁਰੂ ਜੀ ਇਹ ਨਹੀਂ ਕਹਿੰਦੇ ਮੈਂ ਆਪਣੇ ਕੋਲੋਂ ਦੇਣਾ ਹੈ, ਪਰਮਾਤਮਾ ਦੇ ਦਰ ਦੀ ਤੂੰ ਸੇਵਾ ਕੀਤੀ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਹੈ, ਇੱਥੇ ਮੰਗੋ। ਭਾਈ ਨੇ ਆਦਮ ਨੇ ਕੁਛ ਨਾ ਮੰਗਿਆ, ਆਪਣੇ ਘਰ ਚਲਾ ਗਿਆ। ਆਪਣੀ ਘਰ ਦੀ ਨੂੰ ਕਿਹਾ ਵੀ ਸਤਿਗੁਰੂ ਜੀ ਬੜੇ ਪ੍ਰਸੰਨ ਸਨ, ਉਹ ਮੈਨੂੰ ਕੁਝ ਦੇਣਾ ਵੀ ਚਾਹੁੰਦੇ ਸਨ, ਮੈਂ ਮੰਗਿਆ ਨਹੀਂ। ਕਹਿੰਦੇ ਕਹਿ ਦੇਣਾ ਸੀ ਆਪਾਂ ਨੂੰ ਲੜਕੇ ਦੀ ਜ਼ਰੂਰਤ ਹੈ। ਕਹਿੰਦੇ ਕੀ ਕਵਾਂ, ਆਪਣੀ ਉਮਰ ਬੜੀ ਹੈ, 45-50 ਸਾਲ ਦੀ ਉਮਰ ਹੈ, ਮੈਨੂੰ ਸ਼ਰਮ ਆਈ ਸੰਗਤ ਦੇ ਵਿੱਚ ਕਹਿੰਦੇ ਆ। ਕਹਿੰਦੇ ਕੋਈ ਗੱਲ ਨਹੀਂ, ਮੈਂ ਕਵਾਂਗੀ ਸਤਿਗੁਰੂ ਜੀ ਨੂੰ। ਅਗਲੇ ਦਿਨ ਚਲੇ ਗਏ। ਮਹਾਰਾਜ ਨੇ ਇਹ ਵੀ ਕਿਹਾ ਵੀ ਤੇਰੇ ਕੋਲ ਇੱਕ ਦਿਨ ਦਾ ਸਮਾਂ ਹੈ, ਜਾਣੀ ਜਾਣ ਸਨ, ਕੱਲ੍ਹ ਨੂੰ ਮੰਗ ਲਈ। ਅਗਲੇ ਦਿਨ ਗਿਆ, ਘਰ ਦੀ ਨੇ ਕਿਹਾ ਸਤਿਗੁਰੂ ਜੀ, ਮਹਾਰਾਜ ਕਹਿੰਦੇ ਪ੍ਰਸੰਨਾ ਸੇਵਾ ਤੋਂ ਪ੍ਰਸੰਨਾ, ਮੰਗੋ ਕੀ ਮੰਗਦੇ ਹੋ? ਕਹਿੰਦੇ ਸਤਿਗੁਰੂ ਜੀ ਮਹਾਰਾਜ ਦੇ ਪ੍ਰਸੰਨਤਾ ਦੇ ਘਰ 'ਚ ਆਏ ਹੋ, ਪੁੱਤਰ ਦੀ ਦਾਤ ਬਖਸ਼ੋ। ਮਹਾਰਾਜ ਕਹਿੰਦੇ ਉਹ ਤੇ ਤੁਹਾਡੇ ਭਾਗਾਂ ਵਿੱਚ ਨਹੀਂ ਹੈ। ਗੁਰੂ ਜੀ ਤੇ ਜਾਣਦੇ ਨੇ ਕਿਹਦੇ ਭਾਗਾਂ ਵਿੱਚ ਕੀ ਹੈ, ਤ੍ਰਿਕਾਲਦਰਸ਼ੀ ਨੇ, ਕਿਹਦੇ ਕਰਮਾਂ ਵਿੱਚ ਕੀ ਹੈ ਕੀ ਨਹੀਂ ਹੈ, ਸਾਰੀ ਗੱਲ ਜਾਣਦੇ ਨੇ। ਕਹਿੰਦੇ ਭਾਈ ਉਹ ਤੇ ਤੁਹਾਡੇ ਕਰਮਾਂ ਵਿੱਚ ਨਹੀਂ ਹੈ, ਪਰ ਤੁਹਾਡੀ ਸੇਵਾ ਤੋਂ ਰੱਬ ਬੜਾ ਪ੍ਰਸੰਨ ਹੈ। ਸਾਡੇ ਘਰ ਦੇ ਵਿੱਚ 4 ਪੁੱਤਰ ਹੋਣੇ ਨੇ, 3 ਹੋ ਗਏ ਨੇ। ਕਹਿੰਦੇ ਇੱਕ ਪੁੱਤਰ ਹੋਰ ਹੋਣਾ ਸੀ, ਉਹ ਹੁਣ ਤੁਹਾਡੇ ਘਰ ਵਿੱਚ ਹੋਏਗਾ, ਤੇ ਉਹਦਾ ਨਾਂ ਤੁਸੀਂ ਭਾਈ ਭਗਤੂ ਰੱਖਣਾ ਹੈ। ਤੇ ਯਾਦ ਰੱਖਿਓ ਆਮ ਬੱਚਾ ਨਹੀਂ ਹੋਏਗਾ, ਉਹਦੀ ਵਿਖਿਆਤ ਬੜੀ ਦੂਰ ਤਾਈਂ ਵਿਖਿਆਤ ਹੋਏਗਾ, ਖਿਆਤੀ ਬੜੀ ਦੂਰ ਤਾਈਂ ਫੈਲੇਗੀ, ਬੜੇ ਲੋਕ ਉਸ ਨੂੰ ਮੰਨਣ ਕਰਨਗੇ, ਪਰਮਾਤਮਾ ਦਾ ਨਾਂ ਜਪਾਏਗਾ। ਸਾਧ ਸੰਗਤ ਇਹਨੂੰ ਕਹਿੰਦੇ ਨੇ ਜਦੋਂ ਰੱਬ ਪ੍ਰਸੰਨ ਹੁੰਦਾ ਹੈ, ਰੱਬ ਦੇਣ ਦੀ ਵਿਉਂਤ ਆਪਣੇ ਆਪ ਹੀ ਬਣਾ ਲੈਂਦਾ ਹੈ। ਇਸ ਕਰਕੇ ਪਰਮਾਤਮਾ ਨੂੰ ਪ੍ਰਸੰਨ ਕਰੀਏ, ਮਨੁੱਖਾਂ ਨੂੰ ਪ੍ਰਸੰਨ ਨਾ ਕਰੀਏ, ਪਰਮਾਤਮਾ ਨੂੰ ਪ੍ਰਸੰਨ ਕਰੀਏ ਜਿਨ੍ਹਾਂ ਐਡਾ ਵੱਡਾ ਸਮਾਜ ਬਣਾਇਆ, ਐਡੀ ਵੱਡੀ ਦੁਨੀਆ ਬਣਾਈ ਹੈ, ਜੋ ਸਾਰਾ ਕੁਝ ਹੀ ਦੇਣ ਦੇ ਯੋਗ ਹੈ, ਹਰ ਚੀਜ਼ ਦੇ ਵਸ ਵਿੱਚ ਹੈ। ਸਭ ਕੋ ਤੇਰਾ ਵਸ ਅਗੰਮ ਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਪਰਮਾਤਮਾ ਸਾਰਾ ਕੁਝ ਹੀ ਤੇਰੇ ਵਸ ਵਿੱਚ ਹੈ, ਪਰ ਤੂੰ ਭਗਤਾਂ ਦੇ ਵਸ ਵਿੱਚ ਹੁੰਦਾ ਹੈ। ਸੋ ਇਸ ਕਰਕੇ ਸਾਧ ਸੰਗਤ ਆਪ ਸਤ ਸੰਗਤ ਵਿੱਚ ਆਉਂਦੇ ਹੋ, ਗੁਰੂ ਅੱਗੇ ਪਰਮਾਤਮਾ ਅੱਗੇ ਇਹੀ ਬੇਨਤੀ ਕਰਨੀ, ਪਰਮਾਤਮਾ ਜੀ ਇਸ ਜਨਮ ਵਿੱਚ ਆਏ ਹਾਂ, ਕਿਰਪਾ ਕਰਨੀ, ਲੋਕ ਦੇ ਵੀ ਸੁੱਖ ਬਖਸ਼ੋ, ਪਰਲੋਕ ਦੇ ਵੀ ਬਖਸ਼ੋ, ਇੱਥੇ ਵੀ ਸ਼ਾਂਤੀ ਬਖਸ਼ੋ, ਸੁੱਖ ਬਖਸ਼ੋ, ਦੇ ਅਰੋਗਤਾ ਬਖਸ਼ੋ। ਆਪ ਜੀ ਨੇ ਪਰਲੋਕ ਦੇ ਵਿੱਚ ਵੀ ਨਾਮ ਦੀ ਦਾਤ ਬਖਸ਼ਣੀ, ਜੀਵ ਆਤਮਾ ਪਰਮਾਤਮਾ ਨਾਲ ਜੁੜ ਪਾਏ, ਸੁਰਤ ਤੇ ਸ਼ਬਦ ਦਾ ਮਿਲਾਪ ਹੋ ਜਾਏ, ਐਸੀ ਬੇਨਤੀ ਆਪ ਜੀ ਨੇ ਕਰਨੀ। ਸਤਿਗੁਰੂ ਜੀ ਮਹਾਰਾਜ ਮਿਹਰਾਮਤ ਕਰਨ। ਜਿੰਨੇ ਪ੍ਰਾਣੀ ਆਪ ਚੱਲ ਕੇ ਆਉਂਦੇ ਹੋ, ਸਾਰਿਆਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ, ਸਾਰਿਆਂ ਦੇ ਘਰਾਂ ਪਰਿਵਾਰਾਂ 'ਚ ਸੁੱਖ ਸ਼ਾਂਤੀ ਨਾਮ ਦੀ ਦਾਤ ਬਖਸ਼ਣ, ਬੱਚਿਆਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਬਖਸ਼ਣ, ਸਫਲਤਾਵਾਂ ਬਖਸ਼ਣ, ਤਾਂ ਜੋ ਜ਼ਿੰਦਗੀ ਵਿੱਚ ਮਾਤਾ ਪਿਤਾ ਆਗਿਆਕਾਰੀ ਬਣਨ, ਮਾਤਾ ਪਿਤਾ ਦੀ ਸੇਵਾ ਕਰਨ। ਔਰ ਐਸੀ ਹੀ ਸਿੱਖਿਆ ਸਾਨੂੰ ਹਰੇਕ ਦੇ ਬੱਚੇ ਨੂੰ ਦੇਣੀ ਚਾਹੀਦੀ ਹੈ, ਭਾਈ ਆਪਣੇ ਮਾਂ-ਬਾਪ ਦੀ ਸੇਵਾ ਕਰੋ, ਪਰਮਾਤਮਾ ਦੇ ਦਰ 'ਤੇ ਜਾਇਆ ਕਰੋ, ਉੱਥੇ ਜਾ ਕੇ ਸੰਗਤ ਵਿੱਚ ਬੈਠਿਆ ਕਰੋ, ਸੰਗਤ ਭਲਾ ਕਰਦੀ ਹੈ। ਬਾਣੀ ਕਹਿੰਦੀ ਵਿਆਦ ਉਪਾੜੰ ਸੰਤੰ ਨਾਨਕ ਲਬਧ ਕਰਮਣ। ਕਹਿੰਦੇ ਰੋਗ ਤੇ ਖਤਮ ਹੋ ਸਕਦੇ ਨੇ, ਹੁੰਦੇ ਨੇ ਸੰਗਤ ਦੇ ਵਿੱਚੋਂ, ਪਰ ਯਾਦ ਰੱਖਿਓ ਮਹਾਰਾਜ ਕਹਿੰਦੇ ਮਿਲਦੀ ਕਰਮਾਂ ਨਾਲ ਹੈ। ਨਾਨਕ ਲਬਧ ਕਰਮਣ, ਪਰ ਸੰਗਤ ਮਿਲਦੀ ਹੀ ਕਰਮਾਂ ਦੇ ਨਾਲ ਹੈ। ਕਰਮਾਂ ਦੇ ਨਾਲ ਬਾਣੀ ਕਹਿੰਦੀ ਮਿਟਿਆ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਮਰਿਆ ਹੋਇਆ ਮਨ, ਵਕਾਰਾਂ ਦੇ ਵਿੱਚ ਗਰਸਿਆ ਹੋਇਆ ਮਨ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਗੀਤ ਗਾਉਂਦਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ, ਭੁੱਲ ਚੁੱਕ ਦੀ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਲੈ ਜਾ ਕੁਛ ਹੋਰ ਸੀ, ਮੈਂ ਵੀ
ਕੱਲ ਸੁਣਾਵਾਂਗੇ ਕੱਲ।